सतनाम श्री वाहिगुरु साहिब जीओ। दो कालं परनासी दयालं स्वरूपे सदायंग संगे अपंगं विभूते बास कियो बख्यान सो बैठ कै ऐसे ही ऐसे सो बैस बतायो। साच कहूँ सुन लियो सवै जिन प्रेम कियो तिन्हि प्रभ पायो। जिन प्रेम कियो तिन्हि प्रभ पायो। जुगो जुग अटल चबर छत्र तखत दे मालक दसां पातशाहियां जी जोत हाजर नाजर श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठी गुरु प्यारी गुरु सवारी गुरु की साजी साज के निवाजी गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलां दे नाल मन बिरतियां कागर करके जुड़ करके बहन की कृपालता करिए। समय और ਸਵਾਸਾਂ ਨੂੰ ਸਫਲਾ ਕਰੀਏ। ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਕਰੀਏ। ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕਰੀਏ। ਆਪ ਸੰਗਤ ਨੇ ਜੋ ਹੁਣ ਤੱਕ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕੀਤੀ ਉਹ ਵਿਚਾਰ ਇਥੋਂ ਤੱਕ ਸੀ ਕਿ ਜਿਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੌਂਟਾ ਸਾਹਿਬ ਦੀ ਧਰਤੀ ਤੇ ਪੰਗਾਣੀ ਦੀ ਜੰਗ ਯੁੱਧ ਦਾ ਜੋਰਾਂ ਸ਼ੋਰਾਂ ਤੇ ਸਤਿਗੁਰੂ ਜੀ ਤਿਆਰੀ ਕਰਨ ਦੀ ਵਿਚਾਰ ਕਰ ਰਹੇ ਨੇ। ਹੁਣ ਸਿੱਖਾਂ ਨੂੰ ਸਤਿਗੁਰੂ ਜੀ ਸਰਦਾਰੀਆਂ ਪ੍ਰਦਾਨ ਕਰਨ ਲੱਗੇ ਨੇ। ਜਿਹੜੇ ਸਿੱਖ ਆਮ ਇੱਕ ਚਿੜੀਆਂ ਵਾਂਗੂ ਜੀਵਨ ਬਤੀਤ ਕਰਦੇ ਸਨ, ਅੱਜ ਸਤਿਗੁਰੂ ਜੀ ਉਹਨਾਂ ਸਿੱਖਾਂ ਨੂੰ ਉਹ ਪੌਂਟਾ ਸਾਹਿਬ ਦੀ ਧਰਤੀ ਤੇ ਸ਼ੇਰਾਂ ਵਰਗਾ ਜੀਵਨ ਪ੍ਰਦਾਨ ਕਰਨ ਲੱਗੇ ਨੇ ਸਤਿਗੁਰੂ ਜੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰੂ ਜੀ ਨੇ ਪਹਿਲਾਂ ਕੁਝ ਕੁ ਸਿੱਖ ਪੌਂਟਾ ਸਾਹਿਬ ਦੀ ਧਰਤੀ ਤੋਂ ਉਹ ਪੰਗਾਣੀ ਦੀ ਨਜ਼ਦੀਕ ਧਰਤੀ ਹੈ ਜਿੱਥੇ ਰਾਮਪੁਰਾ ਨਗਰ ਹੈ, ਨਜ਼ਦੀਕ ਗਿਰੀ ਨਾਮ ਦੀ ਨਦੀ ਵਗ ਰਹੀ ਹੈ। ਦੂਜੇ ਪਾਸੇ ਜਮਨਾ ਨਦੀ ਵਗ ਰਹੀ ਜਿਹਦਾ ਕਾਲੇ ਰੰਗ ਦਾ ਪਾਣੀ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰੂ ਜੀ ਨੇ ਪੰਗਾਣੀ ਦੇ ਜੰਗ ਦੇ ਸੰਬੰਧ ਵਿੱਚ ਇਦਾਂ ਵਿਚਾਰ ਕੀਤੀ ਤੇ ਕੁਝ ਕੁ ਸਿੱਖ ਜਿਨ੍ਹਾਂ ਨੂੰ ਬੜਾ ਚਾਅ ਹੈ, ਬੜਾ ਹਿਰਦੇ ਵਿੱਚ खुशी प्राप्त हुई है कि जंग युद्ध विच जूझांगे, शहीदियां प्राप्त करांगे। अज सतगुरु जी नूं साडे तक लोड़ है, खालसा पंथ विच साडा नाम प्राप्त होवेगा। उस वेले वो मन विच विचार करदे जेकर जंग विच लड़ना नहीं हुंदा, शहीद होना ते हुंदा है ना। जेकर जंग युद्ध दे विच बहुता जोर नहीं दिखा सकदे, जंग युद्ध दे विच बैरियां नूं रण भूमि विच मार नहीं सकदे, बहुती वड्डी सख्ताई दे नाल लड़ाई नहीं लड़ सकदे, तां कम से कम जंग युद्ध विच लड़दे लड़दे शहीद ते मन्ने जावांगे, योधे मन्ने जावांगे। वो योधियां दी शहीदां दी लिस्ट विच मन्ने जावांगे। इदां दी विचार कर लगे हो सिख, बड़ा मन विच चाऊ है, उद्यम है। इस संबंध विच कई सिख ते पहले ही जाके उत्थे बह गए।
ਉਹ ਕਹਿੰਦੇ ਸਾਡਾ ਨਾਮ ਸ਼ਹੀਦਾਂ ਦੇ ਵਿੱਚ, ਯੋਧਿਆਂ ਵਿੱਚ, ਸੂਰਮਿਆਂ ਵਿੱਚ ਮੰਨਿਆ ਜਾਵੇਗਾ। ਜਿਵੇਂ ਕਹਿੰਦੇ ਉਦਮ ਕਰਦੇ ਰਹਿਣਾ ਚਾਹੀਦਾ ਸ਼ੁਭ ਕਰਮ ਨੂੰ, ਸ਼ੁਭ ਕਰਮ ਕਮਾਉਂਦੇ ਰਹਿਣਾ ਚਾਹੀਦਾ, ਇਹਨਾਂ ਦੀ ਪ੍ਰਾਪਤੀ ਕਰਦੇ ਰਹਿਣਾ ਚਾਹੀਦਾ। ਸਤਿਗੁਰੂ ਜੀ ਕਹਿੰਦੇ ਜੇਕਰ ਉਸ ਕਾਰਜ ਦੇ ਵਿੱਚ ਤੁਸੀਂ ਨਿਪੁੰਨ ਨਹੀਂ, ਕਿਸੇ ਪ੍ਰਕਾਰ ਉਹ ਕਾਰਜ ਦੇ ਵਿੱਚ ਬਹੁਤੇ ਜ਼ਿਆਦਾ ਐਕਸਪਰਟ ਨਹੀਂ, ਤੇ ਸਤਿਗੁਰੂ ਜੀ ਕਹਿੰਦੇ ਸਮਾਂ ਪੈ ਕੇ ਉਸ ਕਾਰਜ ਦੇ ਵਿੱਚ ਪ੍ਰਾਪਤੀ ਹੋਣ ਵਾਲਾ ਤੁਹਾਡਾ ਨਾਮ ਲਿਸਟ ਵਿੱਚ ਜ਼ਰੂਰ ਆਵੇਗਾ। ਜਿਵੇਂ ਕਹਿੰਦੇ ਇੱਕ ਜੰਗਲ ਵਿੱਚ ਅੱਗ ਲੱਗ ਗਈ, ਉਹ ਜੰਗਲ ਵਿੱਚ ਅੱਗ ਲੱਗੀ ਤੇ ਬਹੁਤ ਭਿਆਨਕ। ਇੱਕ ਚਿੜੀ ਹੈ, ਉਹ ਆਪਣੀ ਚੁੰਝ ਦੇ ਵਿੱਚ ਪਾਣੀ ਭਰਦੀ, ਭਰ ਕੇ ਉਹ ਪਾਣੀ ਅੱਗ ਦੇ ਉੱਤੇ ਸੁੱਟੀ ਜਾਂਦੀ, ਜਿਹੜੀ ਜੰਗਲ ਵਿੱਚ ਅੱਗ ਲੱਗੀ ਹੈ। ਹੁਣ ਜੰਗਲ ਦੀ ਅੱਗ ਬੜੀ ਭਿਆਨਕ ਹੁੰਦੀ ਹੈ ਪਿਆਰਿਓ। ਉਸ ਵਕਤ ਜੰਗਲ ਦੀ ਅੱਗ ਇੰਨੀ ਲੱਗੀ ਹੈ, ਲਾਟਾਂ ਪੂਰਨ ਤੌਰ ਤੇ ਭਾਂਬੜ ਵੱਲ ਰਹੇ ਨੇ, ਦੂਰ ਤੱਕ ਸੇਕ ਜਾ ਰਿਹਾ। ਉਹ ਜਿਹੜਾ ਵੀ ਦਰਖਤ ਉਸ ਅੱਗ ਦੀ ਲਪੇਟ ਵਿੱਚ ਆਉਂਦਾ ਸਾੜ ਕੇ ਸਵਾਹ ਕਰ ਦਿੰਦਾ। ਉਸ ਵਕਤ ਇੰਨੀ ਅੱਗ ਲੱਗੀ, ਇੰਨਾ ਤਪਸ, ਇੰਨੀ ਭਿਆਨਕ ਅੱਗ ਲੱਗੀ ਹੈ। ਤੇ ਚਿੜੀ ਆਪਣੇ ਚੁੰਝ ਵਿੱਚ ਪਾਣੀ ਭਰਦੀ ਹੈ, ਪਾਣੀ ਭਰ ਕੇ ਉਹ ਅੱਗ ਦੇ ਉੱਤੇ ਸੁੱਟੀ ਜਾਂਦੀ ਹੈ। ਤੇ ਨਜ਼ਦੀਕ ਕੋਈ ਪੰਛੀ ਚਿੜੀ ਨੂੰ ਪੁੱਛਦਾ, ਚਿੜੀਏ ਤੇਰੀ ਚੁੰਝ ਵਿੱਚ ਭਰਿਆ ਪਾਣੀ, ਅੱਗ ਦੇ ਉੱਤੇ ਪਾਇਆ ਹੋਇਆ ਪਾਣੀ ਅੱਗ ਨੂੰ ਕਾਬੂ ਕਰ ਦੇਵੇਗਾ? ਨਹੀਂ ਕਰੇਗਾ। ਤੇਰੀ ਚੁੰਝ ਵਿੱਚ ਭਰਿਆ ਪਾਣੀ ਅੱਗ ਨੂੰ ਖਤਮ ਨਹੀਂ ਕਰ ਸਕਦਾ, ਬੁਝਾ ਨਹੀਂ ਸਕਦਾ, ਕਾਬੂ ਨਹੀਂ ਕਰ ਸਕਦਾ। ਐਵੇਂ ਮੱਥਾ ਮਾਰਦੀ ਐ। ਚਿੜੀ ਕਹਿੰਦੀ ਮੈਨੂੰ ਵੀ ਪਤਾ, ਮੇਰੀ ਚੁੰਝ ਵਿੱਚ ਭਰਿਆ ਪਾਣੀ ਜੰਗਲ ਦੀ ਭਿਆਨਕ ਅੱਗ ਨੂੰ ਖਤਮ ਨਹੀਂ ਕਰ ਸਕਦਾ, ਬੁਝਾ ਨਹੀਂ ਸਕਦਾ। ਪਰ ਯਾਦ ਰੱਖਿਓ, ਇੱਕ ਦਿਨ ਸੱਚੀ ਦਰਗਾਹ ਦੇ ਵਿੱਚ ਨਵੇੜਾ ਹੋਵੇਗਾ। ਉੱਥੇ ਸੱਚੀ ਦਰਗਾਹ ਦੇ ਅੰਦਰ ਅੱਗ ਲਾਉਣ ਵਾਲੇ ਵੀ ਹੋਣਗੇ ਤੇ ਅੱਗ ਬੁਝਾਉਣ ਵਾਲੇ ਵੀ ਹੋਣਗੇ। ਮੈਨੂੰ ਪਤਾ ਮੇਰੀ ਚੁੰਝ ਦੇ ਵਿੱਚ ਪਾਣੀ ਭਰਿਆ ਅੱਗ ਨੂੰ ਸ਼ਾਂਤ ਨਹੀਂ ਕਰ ਸਕਦਾ, ਬੁਝਾ ਨਹੀਂ ਸਕਦਾ। ਪਰ ਜਦੋਂ ਉਹ ਨਵੇੜਾ ਸੱਚੀ ਦਰਗਾਹ ਵਿੱਚ ਹੋਵੇਗਾ, ਇੱਕ ਪਾਸੇ ਦੋ ਲਿਸਟਾਂ ਬਣੀਆਂ ਹੋਣੀਆਂ, ਇੱਕ ਪਾਸੇ ਤੇ ਅੱਗ ਲਾਉਣ ਵਾਲੇ ਖਲੋਤੇ ਹੋਣਗੇ, ਇੱਕ ਲਿਸਟ ਦੇ ਵਿੱਚ ਅੱਗ ਬੁਝਾਉਣ ਵਾਲੇ ਹੋਣਗੇ। ਤੇ ਜਿਹੜੇ ਅੱਗ ਲਾਉਣ ਵਾਲੇ ਉਹ ਬੁਰੇ ਆ, ਜਿਹੜੇ ਅੱਗ ਬੁਝਾਉਣ ਵਾਲੇ ਉਹ ਚੰਗੇ ਆ। ਇਹ ਸਤਿਗੁਰ ਦੀ ਕਿਰਪਾ ਹੋਵੇਗੀ। ਕਹਿੰਦੀ ਉਹ ਸਮਾਂ ਆਵੇਗਾ, ਉੱਥੇ ਜਾ ਕੇ ਸੱਚੀ ਦਰਗਾਹ ਦੇ ਵਿੱਚ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਵਿੱਚ ਤੇ ਹੋ ਜਾਵੇਗਾ, ਚੰਗੇ ਲੋਕਾਂ ਵਿੱਚ ਤੇ ਮੰਨਿਆ ਜਾਵੇਗਾ, ਚੰਗੀ ਲਿਸਟ ਵਿੱਚ ਤੇ ਆ ਜਾਵੇਗਾ। ਹਾਂ ਮੈਨੂੰ ਪਤਾ ਮੇਰੀ ਚੁੰਝ ਵਿੱਚ ਪਾਇਆ ਪਾਣੀ ਅੱਗ ਬੁਝਾ ਨਹੀਂ ਸਕਦਾ। ਉਦਮ ਕਰਨ ਦਾ ਕੀ ਜਾਂਦਾ, ਜੇਕਰ ਸ਼ੁਭ ਉਦਮ ਕਰ ਲਈਏ ਸ਼ੁਭ ਲਿਸਟ ਵਿੱਚ ਮੰਨੇ ਜਾਵਾਂਗੇ। ਇਸੇ ਤਰ੍ਹਾਂ ਉਹ ਚਿੜੀ ਦੇ ਆਧਾਰ ਤੇ ਕਹਿੰਦੇ ਹੁਣ ਉਹ ਗੁਰਸਿੱਖ ਹੈ, ਉਹਨਾਂ ਦੇ ਮਨ ਦੇ ਵਿੱਚ ਬੜਾ ਚਾਉ ਹੈ, ਬੜੀ ਇਦਾਂ ਦੀ ਖੁਸ਼ੀ ਹੈ। ਉਹ ਕਹਿੰਦੇ ਲੰਗਰਾਂ ਵਿੱਚ ਅਸੀਂ ਸੇਵਾ ਕਰਨ ਵਾਲੇ, ਸਾਨੂੰ ਬਹੁਤੀ ਜੰਗ ਜੁੱਧ ਦੇ ਦਾ ਪੇਸ਼ ਦੇ ਨਹੀਂ ਹੁੰਦੇ, ਪਰ ਜਦੋਂ ਵੈਰੀਆਂ ਨਾਲ ਪੁੱਠੇ ਸਿੱਧੇ ਵਾਰ ਕਰਕੇ ਉਹਨਾਂ ਨੂੰ ਮਾਰਾਂਗੇ, ਕਈਆਂ ਨੂੰ ਮਾਰ ਕੇ, ਕਈਆਂ ਤੋਂ ਫੱਟ ਖਾ ਕੇ ਜਦੋਂ ਸ਼ਹੀਦ ਹੋਵਾਂਗੇ, ਸੱਚੀ ਦਰਗਾਹ ਦੇ ਵਿੱਚ ਸ਼ਹੀਦਾਂ ਦੀ ਲਿਸਟ ਵਿੱਚ ਤੇ ਮੰਨੇ ਜਾਵਾਂਗੇ, ਉੱਥੇ ਕਿਰਪਾ ਤੇ ਜ਼ਰੂਰ ਹੋਵੇਗੀ। ਏਦਾਂ ਕਰਕੇ ਉਹਨਾਂ ਸਤਿਗੁਰ ਦੇ ਸਿੱਖਾਂ ਨੇ ਇਹ ਮਨ ਵਿੱਚ ਚਾਉ ਪ੍ਰਾਪਤ ਕੀਤਾ, ਉਦਮ ਪ੍ਰਾਪਤ ਕੀਤਾ। ਉਹ ਸਤਿਗੁਰ ਦੇ ਸਿੱਖ ਏਦਾਂ ਮਨ ਵਿੱਚ ਬੜਾ ਹੀ ਆਨੰਦ ਪ੍ਰਾਪਤ ਕਰਕੇ ਪਹਿਲਾਂ ਹੀ ਕੁਝ ਕੁ ਸਿੱਖ ਉਹ ਭੰਗਾਣੀ ਦੇ ਰਣ ਭੂਮੀ ਵਿੱਚ ਪਹੁੰਚ ਗਏ ਨੇ। ਤੇ ਉਹਨਾਂ ਨੂੰ ਪਤਾ ਲੱਗਿਆ ਕਿ ਰਾਜਾ ਫਤਿਹ ਸ਼ਾਹ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਲੈ ਕੇ ਇੱਧਰ ਕੱਲ ਨੂੰ ਸਵੇਰ ਨੂੰ ਕਹਿੰਦੇ ਪਹੁੰਚ ਜਾਵੇਗਾ। ਵੱਡਾ ਭਿਆਨਕ ਯੁੱਧ ਮਚੇਗਾ, ਦੋਨਾਂ ਪਾਸਿਆਂ ਤੋਂ ਕਾਫੀ ਸੂਰਮੇ ਰਣ ਭੂਮੀ ਵਿੱਚ ਡਿੱਗਣਗੇ, ਮਰ ਕੇ ਵੱਡੇ ਵੱਡੇ ਫੱਟ ਖਾ ਕੇ ਡਿੱਗਣਗੇ, ਸ਼ਹੀਦ ਹੋਣਗੇ।
ਉਹਨਾਂ ਸਿੱਖਾਂ ਨੇ ਵਿਚਾਰ ਕੀਤੀ, ਕਹਿੰਦੇ ਚਲੋ ਪਾਉਂਟਾ ਸਾਹਿਬ ਦੀ ਧਰਤੀ ਤੇ ਸਤਿਗੁਰੂ ਜੀ ਨੂੰ ਜਾ ਕੇ ਦਸੀਏ, ਕਿਉਂਕਿ ਥੋੜੇ ਜਿਹੇ ਫਾਸਲੇ ਤੇ ਆ ਨਾ ਭੰਗਾਣੀ ਦਾ ਔਰ ਪਾਉਂਟਾ ਸਾਹਿਬ ਦੀ ਧਰਤੀ ਦਾ ਥੋੜਾ ਜਿਹਾ ਫਾਸਲਾ ਹੈ। ਉਹ ਕਹਿੰਦੇ ਚਲੋ ਚੱਲ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੱਸ ਕੇ ਆਈਏ। ਉਹ ਗਏ, ਇੱਥੋਂ ਤਕਰੀਬਨ ਮੇਰਾ ਖਿਆਲ 4-5 ਕਿਲੋਮੀਟਰ ਦੀ ਦੂਰੀ ਤੇ ਹੈ ਇਹ ਭੰਗਾਣੀ ਦਾ ਸਥਾਨ। ਤੇ ਸਤਿਗੁਰ ਦੇ ਕੋਲ ਸਿੱਖ ਗਏ, ਜਾ ਕੇ ਉਹਨਾਂ ਨੇ ਬੇਨਤੀ ਕੀਤੀ, ਸਤਿਗੁਰ ਜੀ ਉਹ ਫਤਿਹ ਸ਼ਾਹ ਰਾਜਾ ਕਹਿੰਦੇ ਵੱਡੀ ਹਜ਼ਾਰਾਂ ਦੀ ਗਿਣਤੀ ਦੀ ਫੌਜ ਲੈ ਕੇ ਆ ਰਿਹਾ, ਪਤਾ ਲੱਗਿਆ ਕਹਿੰਦੇ ਕੱਲ ਨੂੰ ਸਵੇਰੇ ਪਹੁੰਚ ਜਾਣਾ ਉਹਨੇ ਇੱਥੇ ਭੰਗਾਣੀ ਦੇ ਸਥਾਨ ਤੇ ਵੱਡੇ ਮੈਦਾਨ ਵਿੱਚ। ਤੁਸੀਂ ਵੀ ਕਿਰਪਾ ਕਰੋ, ਕੋਈ ਨਾ ਕੋਈ ਉਦਮ ਕਰੋ, ਕੋਈ ਨਾ ਕੋਈ ਵਿਚਾਰ ਕਰੋ, ਪਾਪੀ ਨੂੰ ਤੋੜਮਾ ਜਵਾਬ ਦਈਏ। ਉਹ ਪਾਪੀ ਨੂੰ ਜਵਾਬ ਦਈਏ, ਉਹਦੇ ਉੱਤੇ ਬਰਾਬਰ ਦਾ ਜਵਾਬ ਦੇ ਕੇ ਉਹਦੇ ਮੁਖ ਨੂੰ ਮੋੜੀਏ। ਚਲੋ ਤੁਸੀਂ ਵੀ ਕਿਰਪਾ ਕਰੋ ਸਤਿਗੁਰੂ ਜੀ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰੂ ਜੀ ਨੇ ਵਿਚਾਰ ਕੀਤੀ, ਕਹਿੰਦੇ ਹਾਂ ਵੀ ਕਰਨੀ ਤੇ ਜ਼ਰੂਰ ਚਾਹੀਦੀ। ਚਲੋ ਸਿੱਖੋ, ਤਿਆਰੀਆਂ ਕਰੋ ਬਈ, ਜਿਹਦੇ ਕੋਲ ਜੋ ਵਸਤ ਹੈ ਠੀਕ ਹੈ, ਜਿਹਦੇ ਕੋਲ ਨਹੀਂ ਹੈ ਉਹ ਮੰਗ ਲਓ, ਪ੍ਰਾਪਤ ਕਰ ਲਓ। ਜਿਵੇਂ ਜਿਵੇਂ ਜਿਹਨੂੰ ਵਸਤ ਚਾਹੀਦੀ ਉਹ ਦੱਸੋ। ਉਸ ਵਕਤ ਭਾਈ ਨੰਦ ਚੰਦ ਜੀ ਨੂੰ ਹੁਕਮ ਕੀਤਾ, ਉਹ ਸਿੱਖਾ ਸਤਿਗੁਰ ਦਾ ਦੀਵਾਨ ਹੈ ਭਾਈ ਨੰਦ ਚੰਦ, ਭਾਵ ਜੋ ਵੀ ਗੁਰੂ ਘਰ ਦਾ ਜੰਗਾਂ ਜੁੱਧਾਂ ਦਾ, ਘੋੜਿਆਂ ਦਾ, ਸ਼ਾਸਤਰਾਂ ਵਸਤਰਾਂ ਦਾ ਜੋ ਵੀ ਦੇਖ ਰੇਖ ਕਰਨੀ, ਲੈਣਾ ਦੇਣਾ ਸਭ ਕੁਝ ਕਹਿੰਦੇ ਭਾਈ ਨੰਦ ਚੰਦ ਦੇ ਵਸ ਦੇ ਵਿੱਚ ਉਹ ਹੀ ਲੈਂਦੇ ਆ। ਜੋ ਵਸਤ ਲੈਣੀ ਹੈ, ਜੋ ਦੇਣੀ ਹੈ, ਜੇ ਕਿਸੇ ਨੂੰ ਕੋਈ ਭੇਟ ਕਰਨੀ, ਉਹ ਸਾਰਾ ਕੁਝ ਭਾਈ ਨੰਦ ਚੰਦ ਜੀ ਆਪ ਖੁਦ ਪਏ ਕਰਦੇ ਨੇ। ਤੇ ਭਾਈ ਨੰਦ ਚੰਦ ਜੀ ਨੂੰ ਸਤਿਗੁਰੂ ਜੀ ਹੁਕਮ ਕਰ ਦਿੰਦੇ, ਉਹ ਸਿੱਖਾਂ ਫਲਾਣੇ ਸਿੱਖਾਂ ਨੂੰ ਵਸਤਰਾਂ ਦੀ ਲੋੜ ਹੈ, ਵਸਤਰ ਦਿਓ ਭਾਈ। ਫਲਾਣੇ ਸਿੱਖ ਨੂੰ ਸ਼ਾਸਤਰ ਦੀ ਲੋੜ ਹੈ, ਘੋੜਿਆਂ ਦੀ ਲੋੜ ਹੈ, ਜੋ ਕੁਝ ਚਾਹੀਦਾ ਉਹਨਾਂ ਨੂੰ ਦਿਓ। ਉਹਦੇ ਮੁਤਾਬਕ ਫਿਰ ਭਾਈ ਨੰਦ ਚੰਦ ਜੀ ਬੇਅੰਤ ਗੁਰੂ ਘਰ ਦੇ ਖਜ਼ਾਨੇ ਵਿੱਚੋਂ ਸਿੱਖਾਂ ਨੂੰ ਸਭ ਕੁਝ ਪ੍ਰਦਾਨ ਕਰਦੇ ਆ। ਬੜੇ ਨਿੱਘੇ ਸੁਭਾਅ ਦੇ ਨੇ ਭਾਈ ਨੰਦ ਚੰਦ ਜੀ, ਤੇ ਸਤਿਗੁਰ ਦੇ ਅਨੰਨ ਪਿਆਰੇ ਸਿੱਖ ਸੇਵਕ ਹੈ। ਕਹਿੰਦੇ ਭਾਈ ਦਇਆ ਰਾਮ ਜੀ ਜੋ ਸਤਿਗੁਰ ਦਾ ਪ੍ਰੋਤ ਹੈ, ਉਸ ਤੋਂ ਉਪਰੰਤ ਭਾਈ ਸੰਗੋ ਵਰਗੇ ਜੋ ਬੀਬੀ ਬੀਰੋ ਦੇ ਪੁੱਤਰ ਹੈ, 5 ਪੁੱਤਰ, ਉਹ ਵੀ ਬੜੇ ਬਖਸ਼ਿਸ਼ ਰਹਿਮਤ ਦੇ ਮਾਲਕ ਨੇ, ਬਹੁਤ ਵੱਡੇ ਯੋਧੇ ਨੇ। ਉਸ ਤੋਂ ਉਪਰੰਤ ਹੋਰ ਸਤਿਗੁਰ ਦੇ ਅਨੰਨ ਪਿਆਰੇ ਸਿੱਖ ਸੇਵਕ ਹੈ। ਸਤਿਗੁਰੂ ਜੀ ਕਹਿੰਦੇ ਸਭ ਜਾਣੇ ਇਕੱਤਰ ਹੋ ਕੇ ਉਹ ਜੰਗ ਯੁੱਧ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰਨ ਵਾਸਤੇ, ਉੱਚੇ ਰੁਤਬੇ, ਉੱਚੇ ਮਾਣ ਸਨਮਾਨ ਪ੍ਰਾਪਤ ਕਰਨ ਵਾਸਤੇ ਤਿਆਰੀਆਂ ਕਰੋ ਬਈ, ਜੰਗ ਯੁੱਧ ਦੇ ਵਿੱਚ ਨਿਤਰਨਾ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਦਾਂ ਹੁਕਮ ਕੀਤਾ। ਸਤਿਗੁਰੂ ਜੀ ਨੇ ਇਹ ਵੀ ਨਾਲ ਵਿਚਾਰ ਕੀਤੀ, ਕਹਿੰਦੇ ਇਉਂ ਕਰੋ ਬਈ, ਇੱਥੇ ਨਜ਼ਦੀਕ ਆਪਣੇ ਕੋਲ ਕਾਫੀ ਉਦਾਸੀ ਸਾਧੂ ਆ। ਉਹ ਉਦਾਸੀ ਸਾਧੂ ਹੈ ਜਿਨ੍ਹਾਂ ਦੇ ਤਨ ਦੇ ਉੱਤੇ ਕੇਵਲ ਲੰਗੋਟ ਪਹਿਨਿਆ ਹੁੰਦਾ, ਬਾਕੀ ਤਨ ਨਗੇਨ ਹੁੰਦਾ। ਉਹ ਉਦਾਸੀ ਸਾਧੂਆਂ ਨੂੰ ਵੀ ਜਾ ਕੇ ਕਹੋ, ਤੁਸੀਂ ਵੀ ਭਾਈ ਹੁਣ ਹੱਥਾਂ ਵਿੱਚ ਜਿਹੜਾ ਤੁਹਾਡੇ ਕਮੰਡਲ ਪਕੜੇ ਨੇ ਇਹਨਾਂ ਨੂੰ ਛੱਡ ਦਿਓ, ਕਿਰਪਾਨਾਂ ਪਕੜ ਲਓ, ਤੁਹਾਨੂੰ ਵੱਖਰੀ ਬਖਸ਼ਿਸ਼ ਰਹਿਮਤ ਪ੍ਰਦਾਨ ਕਰ ਲੱਗੇ ਆ। ਜਾਓ ਉਹਨਾਂ ਨੂੰ ਹੁਕਮ ਕਰ ਦਿਓ, ਸਾਡੇ ਵੱਲੋਂ ਤੁਸੀਂ ਕਿਰਪਾਨਾਂ ਪਕੜ ਕੇ ਜੰਗ ਯੁੱਧ ਦੇ ਵਿੱਚ ਜੂਝੋ ਔਰ ਸ਼ਹੀਦੀਆਂ ਪ੍ਰਾਪਤ ਕਰਕੇ ਆਪਣੇ ਮਾਨ ਸਨਮਾਨ ਨੂੰ ਪ੍ਰਾਪਤ ਕਰੋ। ਜਨਮ ਮਰਨ ਦੇ ਚੱਕਰਾਂ ਤੋਂ ਰਹਿਤ ਹੋ ਜਾਵੋ, ਸੱਚੀ ਦਰਗਾਹ ਦੇ ਵਿੱਚ ਇੱਜ਼ਤ ਮਾਣ ਸਤਿਕਾਰ ਪ੍ਰਾਪਤ ਕਰੋ। ਜਾਓ, ਜਾ ਕੇ ਸਾਡਾ ਮੈਸੇਜ ਸੁਨੇਹਾ ਦਿਓ। ਉੱਥੋਂ ਇੱਕ ਸਿੱਖ ਗਿਆ, ਉਦਾਸੀ ਸੰਤਾਂ ਦੇ ਡੇਰੇ ਵਿੱਚ ਗਿਆ। ਜਾ ਕੇ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਾਵਨ ਪਵਿੱਤਰ ਬਚਨ ਉਹਨਾਂ ਦੇ ਸਨਮੁਖ ਰੱਖਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਦਾਂ ਕਰਕੇ ਤੁਹਾਡੇ ਸਨਮੁਖੇ ਵਿਚਾਰ ਕੀਤੀ ਹੈ, ਤੇ ਚਲੋ ਸਤਿਗੁਰੂ ਜੀ ਦੇ ਕੋਲ ਚੱਲ ਕੇ ਜੋ ਵਿਚਾਰ ਹੈ ਕਹਿੰਦੇ ਪ੍ਰਾਪਤ ਕਰੋ, ਜੋ ਤੁਹਾਨੂੰ ਚਾਹੀਦਾ ਪ੍ਰਾਪਤ ਕਰੋ। ਜੰਗ ਯੁੱਧ ਵਿੱਚ ਲੜ ਕੇ ਜੁੱਝ ਕੇ ਬੈਰੀਆਂ ਨਾਲ ਟਾਕਰਾ ਲੈ ਕੇ
ਵੱਡਾ ਮਾਣ ਸਨਮਾਨ ਪ੍ਰਾਪਤ ਕਰੋ। ਉਸ ਵਕਤ ਕਵੀ ਸੰਤੋਖ ਸਿੰਘ ਜੀ ਦੱਸਦੇ, ਕਹਿੰਦੇ 500 ਦੀ ਗਿਣਤੀ ਵਿੱਚ ਹੈ ਇਹ ਉਦਾਸੀ ਸਾਧੂ, ਇਹ 500 ਦੀ ਗਿਣਤੀ ਵਿੱਚ ਹੈ। ਤੇ ਉਸ ਵੇਲੇ ਸਿੱਖ ਸਤਿਗੁਰ ਦਾ ਗਿਆ ਉਦਾਸੀ ਸਾਧੂਆਂ ਕੋਲੇ। ਹੁਣ ਇਹ ਸ਼ਾਮ ਦਾ ਵਿਖਾ, ਤੇ ਜਦੋਂ ਗਿਆ ਉਹਨੇ ਦੱਸਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਨੂੰ ਬੁਲਾਇਆ, ਜੰਗ ਯੁੱਧ ਦੇ ਪ੍ਰਤੀ ਸੰਬੰਧ ਇਹਦੇ ਵਿੱਚ ਕੋਈ ਨਾ ਕੋਈ ਡਿਸਕਸ ਕਰਨੀ, ਕੋਈ ਗੱਲਬਾਤ ਕਰਨੀ। ਚਲੋ ਚੱਲ ਕੇ ਸਤਿਗੁਰ ਦੇ ਕੋਲ ਪਹੁੰਚੋ, ਹਾਜ਼ਰ ਹੋਵੋ। ਉਸ ਵੇਲੇ ਸ਼ਾਮ ਦਾ ਵੇਖਾ, ਉਹ ਕਹਿੰਦੇ ਜੀ ਅਸੀਂ ਸਵੇਰ ਨੂੰ ਆਵਾਂਗੇ, ਅੱਜ ਨਹੀਂ, ਹੁਣ ਨਹੀਂ ਆਉਂਦੇ। ਫਿਰ ਜਦੋਂ ਸਵੇਰ ਦੀ ਗੱਲ ਹੋਈ ਤੇ ਰਾਤ ਪਈ, ਰਾਤ ਨੂੰ ਉਹਨਾਂ ਨੇ ਬਿਉਂਤ ਬਣਾਈ, ਇੱਕ ਦੂਜੇ ਨੂੰ ਕਹਿੰਦੇ ਆ। ਉਹ ਕਹਿੰਦੇ ਦੇਖੋ ਬਈ, ਜੰਗ ਯੁੱਧ ਵਿੱਚ ਲੜ ਕੇ ਮਰ ਜਾਵਾਂਗੇ, ਜੀਵਨ ਖਤਮ ਹੋ ਜਾਵੇਗਾ। ਕਈ ਕਹਿੰਦੇ ਸਾਡੀ ਤੇ ਉਮਰ ਬਹੁਤ ਪਈ ਹੈ, ਖਾਣ ਪੀਣ ਪਹਿਨਣ ਹੰਡਾਉਣ ਦੀ, ਜੇ ਹੁਣੇ ਹੀ ਮਰ ਗਏ ਫਿਰ ਸੰਸਾਰ ਦੇ ਵਿੱਚ ਆਇਆਂ ਦਾ ਕੀ ਫਾਇਦਾ। ਉਹਨਾਂ ਸਾਰੇ ਉਦਾਸੀ ਸਾਧੂਆਂ ਨੇ ਬਿਉਂਤ ਬਣਾਈ, ਕਹਿੰਦੇ ਇਉਂ ਕਰਦੇ, ਅਸੀਂ ਨਹੀਂ ਜੰਗ ਯੁੱਧ ਲੜਨਾ, ਅਸੀਂ ਲੜਨ ਵਾਲੇ ਥੋੜੀ, ਇਸ ਦੇ ਨਾਮ ਜਪਣ ਵਾਲੇ ਆ, ਅਸੀਂ ਕੇਵਲ ਸ਼ਾਂਤ ਸੁਭਾਅ ਵਾਲੇ ਆ। ਗੁਰੂ ਸਤਿਗੁਰੂ ਜੀ ਸਾਨੂੰ ਲੜਨ ਨੂੰ ਉਕਸਾਹਤ ਕਰ ਰਹੇ ਨੇ। ਸਤਿਗੁਰੂ ਜੀ ਸਾਨੂੰ ਲੜਨ ਨੂੰ, ਜੰਗ ਯੁੱਧ ਦੇ ਵਿੱਚ ਟਾਕਰੇ ਲੈਣ ਨੂੰ, ਵੱਡੇ ਵੈਰ ਪਾਉਣ ਨੂੰ ਸਤਿਗੁਰੂ ਜੀ ਸਾਨੂੰ ਪ੍ਰਮੋਟ ਕਰ ਰਹੇ ਨੇ। ਅਸੀਂ ਨਹੀਂ ਜਾਣਾ, ਐਵੇਂ ਜੰਗ ਯੁੱਧ ਵਿੱਚ ਮਰ ਜਾਵਾਂਗੇ, ਬਾਅਦ ਵਿੱਚ ਕਿਹਨੇ ਸਾਨੂੰ ਪੁੱਛਣਾ, ਕਿਸੇ ਨੇ ਨਹੀਂ। ਇਸ ਕਰਕੇ ਜੰਗ ਯੁੱਧ ਤੋਂ ਟਲਦੇ ਮਾਰੇ ਰਾਤ ਨੂੰ ਆਪਾਂ ਇਸ ਸਥਾਨ ਤੋਂ ਨਿਕਲ ਚੱਲਨੇ ਆ। ਸਤਿਗੁਰੂ ਜੀ ਤੋਂ ਦੂਰ ਜਾ ਕੇ ਭੱਜ ਕੇ ਕਿਤੇ ਹੋਰ ਡੇਰੇ ਰਹਿ ਚੱਲਦੇ ਆ। ਲੋਕਾਂ ਤੋਂ ਮੰਗ ਕੇ ਖਾ ਲਿਆ ਕਰਾਂਗੇ, ਗੁਜ਼ਾਰਾ ਕਰ ਲਿਆ ਕਰਾਂਗੇ, ਪਰ ਜੇ ਮਰ ਗਏ ਕਿਸੇ ਨੇ ਨਹੀਂ ਪੁੱਛਣਾ ਕੱਲ ਨੂੰ। ਉਸ ਵੇਲੇ ਉਹਨਾਂ ਨੇ ਬਿਉਂਤ ਬਣਾਈ। ਇਹ ਗੱਲ ਠੀਕ ਹੈ, ਭੱਜ ਚੱਲਦੇ ਆ ਕਿਸੇ ਪ੍ਰਕਾਰ, ਕਿਸੇ ਨੂੰ ਕੀ ਪਤਾ ਲੱਗਣਾ, ਸਤਿਗੁਰੂ ਨੂੰ ਕੀ ਪਤਾ ਲੱਗਣਾ ਸੀ ਕਿੱਥੇ ਆ। ਇਹ ਮੂਰਖ ਮਤ, ਇਹਨਾਂ ਨੂੰ ਇਹ ਨਹੀਂ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਾਣੀ ਜਾਣ ਹੈ। ਜਿਹੜਾ ਸਮਾਂ ਬੀਤ ਚੁੱਕਿਆ ਉਹਦੇ ਬਾਰੇ ਵੀ ਸਤਿਗੁਰੂ ਜੀ ਭਲੀ ਭਾਂਤ ਜਾਣਦੇ ਨੇ, ਜਿਹੜਾ ਸਮਾਂ ਚੱਲ ਰਿਹਾ ਉਹਦੇ ਬਾਰੇ ਵੀ ਸਤਿਗੁਰੂ ਜੀ ਜਾਣਦੇ, ਤੇ ਜਿਹੜਾ ਅੱਗੇ ਸਮਾਂ ਆਉਣਾ ਉਹਦੇ ਬਾਰੇ ਵੀ ਸਤਿਗੁਰੂ ਜੀ ਜਾਣਦੇ ਨੇ। ਹਰ ਪ੍ਰਕਾਰ ਸਤਿਗੁਰੂ ਜੀ ਨੂੰ ਨੌਲੇਜ ਹੈ, ਗਿਆਨ ਹੈ, ਸੋਝੀ ਹੈ। ਕਿਸੇ ਪ੍ਰਕਾਰ ਕੋਈ ਗੱਲਬਾਤ ਲੋਕੀ ਛੁਪੀ ਨਹੀਂ ਰਹੀ ਸਤਿਗੁਰੂ ਦੇ ਸਨਮੁਖ। ਉਸ ਵੇਲੇ ਉਹ ਬੜੇ ਇਦਾਂ ਕਰਕੇ ਕਹਿੰਦੇ ਉੱਥੋਂ ਭੱਜ ਲਏ। ਰਾਤ ਨੂੰ ਉਹਨਾਂ ਨੇ ਮਨ ਵਿੱਚ ਵਿਚਾਰ ਕੀਤੀ, ਚਲੋ ਭੱਜ ਲਈਏ। ਉਹ ਸਾਰਿਆਂ ਨੇ ਰਾਤੋਂ ਰਾਤ ਡੇਰਾ ਖਾਲੀ ਕਰਤਾ। 500-600 ਦੀ ਗਿਣਤੀ ਵਿੱਚ ਇਹ ਸਾਧੂ ਸੀ, ਉਦਾਸੀ ਸਾਧੂ, ਜਿਨ੍ਹਾਂ ਨੂੰ ਸਤਿਗੁਰੂ ਜੀ ਵੱਖਰਾ ਨੂਰ, ਵੱਖਰੀ ਚਮਕ ਦਮਕ, ਵੱਖਰਾ ਮਰਿਆਦਾ ਦਾ ਸਤਿਗੁਰੂ ਜੀ ਭੰਡਾਰਾ ਬਖਸ਼ਣ ਲੱਗੇ ਸਨ। ਪਰ ਕਈ ਦਫਾ ਇਦਾਂ ਹੁੰਦਾ, ਸਤਿਗੁਰੂ ਜੀ ਮਨੁੱਖ ਵਾਸਤੇ ਕੁਝ ਹੋਰ ਸੋਚਦੇ ਆ, ਮਨੁੱਖ ਕੁਝ ਹੋਰ ਸੋਚੀ ਬੈਠਾ ਹੁੰਦਾ। ਔਰੈ ਕੀ ਔਰੈ ਭਈ ਚਿਤਵਦ ਰਹੇ ਉਠ ਗੌਰ। ਸਤਿਗੁਰੂ ਜੀ ਕਹਿੰਦੇ ਹੋਰ ਗੱਲ ਦੀ ਹੋਰ ਗੱਲ ਬਣ ਜਾਂਦੀ। ਮਨ ਵਿੱਚ ਮਨੁੱਖ ਕੀ ਸੋਚਦਾ ਤੇ ਸਤਿਗੁਰੂ ਜੀ ਮਨੁੱਖ ਨੂੰ ਕੀ ਸੋਚਣ ਕੇ ਉਹਦੇ ਤੇ ਬਖਸ਼ਿਸ਼ ਕਰਨ ਨੂੰ ਫਿਰਦੇ ਹੁੰਦੇ, ਇਹ ਗੱਲ ਵੱਖਰੀ ਹੈ। ਔਰੈ ਕੀ ਔਰੈ ਭਈ, ਹੋਰ ਦੀ ਗੱਲ ਹੋਰ ਹੀ ਹੋ ਜਾਂਦੀ। ਸਤਿਗੁਰੂ ਜੀ ਤੇ ਸਾਨੂੰ ਸਰਦਾਰੀਆਂ ਦੇਣ ਨੂੰ ਬੈਠੇ ਆ, ਪਰ ਅਸੀਂ ਤੁੱਛ ਬੁੱਧੀ ਮਾਤਰ ਲੋਕ, ਅਸੀਂ ਸੰਸਾਰ ਦੇ ਵਿੱਚ ਸਤਿਗੁਰੂ ਦੀ ਬਖਸ਼ਿਸ਼ ਰਹਿਮਤ ਨੂੰ ਜਾਣ ਨਹੀਂ ਸਕਦੇ। ਜਿਵੇਂ ਭਾਈ ਗੋਪਾਲੇ ਨੇ ਜਪਜੀ ਸਾਹਿਬ ਦਾ ਪਾਠ ਸੁਣਾਇਆ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ, ਤੇ ਭਾਈ ਗੋਪਾਲੇ ਨੂੰ ਕਹਿ ਦਿੱਤਾ ਸੀ ਜੋ ਮੰਗੇਗਾ ਤੈਨੂੰ ਦੇ ਦਿਆਂਗੇ। ਭਾਈ ਗੋਪਾਲੇ ਨੇ ਜਪਜੀ ਸਾਹਿਬ ਦਾ ਪਾਠ ਸੁਣਾਇਆ, ਮਨ ਵਿੱਚ ਚਾਹਤ ਰੱਖੀ ਭਾਈ ਗੋਪਾਲੇ ਨੇ, ਕੀ ਮੰਗਾ ਗੁਰੂ ਸਤਿਗੁਰ ਤੋਂ। ਉਸ ਵਕਤ ਮਨ ਵਿੱਚ ਵਿਚਾਰ ਕੀਤੀ, ਦਿਲਬਾਗ ਗੁਲਬਾਗ 2 ਘੋੜੇ ਸਨ ਗੁਰੂ ਸਾਹਿਬ ਜੀ ਕੋਲ। ਉਹਨਾਂ 2 ਘੋੜਿਆਂ ਦੇ ਵਿੱਚੋਂ ਇੱਕ ਘੋੜਾ ਮੰਗ ਲੈਣਾ, ਸੋਨੇ ਦੀ ਕਾਠੀ, ਹੀਰੇ ਜਣਤ ਕਾਠੀ,
ਉਹ ਦਿਲਬਾਗ ਗੁਲਬਾਗ ਬੜੇ ਸਿਆਣੇ ਘੋੜੇ ਸਨ। ਦੋਨੋਂ ਇੱਕੋ ਵਕਤ ਉਹਨਾਂ ਦੀ ਪਰਵਰਿਸ਼ ਕੀਤੀ ਗਈ ਸੀ। ਬੜੇ ਸਿਆਣੇ ਘੋੜੇ ਸਨ। ਇਹ ਭਾਈ ਗੋਪਾਲਾ ਕਹਿੰਦਾ ਘੋੜੇ ਮੰਗ ਲੈਣਾ। ਪਰ ਸਤਿਗੁਰੂ ਜੀ ਉਹ ਜਪਜੀ ਸਾਹਿਬ ਦੇ ਸ਼ੁੱਧ ਪਾਠ ਤੋਂ ਇੰਨੇ ਪ੍ਰਸੰਨ ਹੋਏ, ਇੰਨੇ ਖੁਸ਼ ਹੋਏ। ਛੇਵੇਂ ਪਾਤਸ਼ਾਹ ਸਤਿਗੁਰੂ ਜੀ ਸਿੰਘਾਸਨ ਤੋਂ ਉੱਠਦੇ ਜਾਂਦੇ ਸਨ, ਹੌਲੀ ਹੌਲੀ ਥੱਲੇ ਖਿਸਕਦੇ ਜਾਂਦੇ। ਉੱਠ ਕੇ ਭਾਈ ਗੋਪਾਲੇ ਨੂੰ ਥਾਪੜਾ ਦੇ ਕੇ ਵੱਡੀ ਬਖਸ਼ਿਸ਼ ਰਹਿਮਤ ਪ੍ਰਦਾਨ ਕਰ ਦਿੰਨੇ ਆ। ਉਸ ਵੇਲੇ ਭਾਈ ਗੋਪਾਲੇ ਦੇ ਮਨ ਵਿੱਚ ਕੁਝ ਹੋਰ ਹੈ ਤੇ ਸਤਿਗੁਰੂ ਜੀ ਕੁਝ ਹੋਰ ਸੋਚੀ ਬੈਠੇ ਸਨ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਗੁਰੂ ਹਰਗੋਬਿੰਦ ਮਹਾਰਾਜ ਜੀ ਸੋਚਦੇ ਸਨ ਭਾਈ ਗੋਪਾਲੇ ਨੂੰ ਜਗੀਰਾਂ ਦੇ ਦਿੰਨੇ ਆ। ਮਨ ਵਿੱਚ ਵਿਚਾਰ ਆਇਆ, ਨਹੀਂ, ਜਪਜੀ ਸਾਹਿਬ ਦੀ ਗੁਰਬਾਣੀ ਦੀ ਜਿਹੜੀ ਵੈਲਿਊ ਹੈ ਬਹੁਤ ਵੱਡੀ ਹੈ। ਜਗੀਰਾਂ ਗੁਰਬਾਣੀ ਦੀ ਕਿਵੇਂ ਮੁਕਾਬਲਾ ਕਰ ਸਕਦੀਆਂ ਨੇ, ਬਰਾਬਰੀ ਕਿਵੇਂ ਕਰ ਸਕਦੀ ਹੈ? ਭਾਵ ਨਹੀਂ। ਫਿਰ ਸਤਿਗੁਰੂ ਜੀ ਨੇ ਸੋਚਿਆ ਹੀਰੇ ਜਵਾਹਰਾਤ ਦੇ ਦਿੰਦੇ ਆ। ਸਤਿਗੁਰੂ ਜੀ ਕਹਿੰਦੇ ਨਹੀਂ, ਹੀਰੇ ਜਵਾਹਰਾਤ ਵੀ ਗੁਰਬਾਣੀ ਦਾ ਮੁੱਲ ਅਦਾ ਨਹੀਂ ਕਰ ਸਕਦੇ। ਸਤਿਗੁਰੂ ਜੀ ਨੇ ਫਿਰ ਵਿਚਾਰ ਕੀਤੀ, ਦਈਏ ਕੀ? ਮਾਲਕੀਤ ਵੀ ਨਹੀਂ ਦੇ ਸਕਦੇ, ਜਗੀਰਾ ਵੀ ਨਹੀਂ ਦੇ ਸਕਦੇ, ਧਨ ਦੌਲਤ ਹੀਰੇ ਜਵਾਹਰਾਤ ਵੀ ਨਹੀਂ ਦੇ ਸਕਦੇ, ਦਈਏ ਕੀ? ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਨ ਦੇ ਵਿੱਚ ਅਚਨਚੇਤ ਵਿਚਾਰ ਆਈ, ਭਾਈ ਗੋਪਾਲੇ ਨੂੰ ਗੁਰੂ ਨਾਨਕ ਦੇ ਦਰਕਾਰ ਦੀ ਗੱਦੀ ਦੇ ਦਿੰਨੇ ਆ, 7ਵੇਂ ਗੁਰੂ ਬਣਾ ਦਿੰਨੇ ਆ। ਉਸ ਵੇਲੇ ਭਾਈ ਗੋਪਾਲੇ ਨੇ ਕੁਝ ਹੋਰ ਹੀ ਸੋਚ ਲਿਆ। ਉਹ ਕਹਿੰਦਾ ਮੈਨੂੰ ਘੋੜਾ ਮਿਲ ਜੇ, ਹੀਰੇ ਜੜਤ ਸੋਨੇ ਦੀ ਕੋਠੀ, ਸੋਨੇ ਦੀ ਕਾਠੀ ਦੇ ਨਾਲ। ਤੇ ਭਾਈ ਗੋਪਾਲਾ ਇਹ ਸੋਚੀ ਬੈਠਾ। ਉਹ ਜਦੋਂ ਸਤਿਗੁਰੂ ਜੀ ਹੌਲੀ ਹੌਲੀ ਉੱਠਦੇ ਜਾਂਦੇ ਸਨ, ਯਕਦਮ ਫੇਰ ਆਪਣੇ ਸਿੰਘਾਸਨ ਤੇ ਬਹਿ ਗਏ। ਸਿੱਖਾਂ ਨੇ ਪੁੱਛ ਲਿਆ, ਸਤਿਗੁਰੂ ਜੀ ਇਹ ਕੀ ਕਾਰਨ ਸੀ? ਪਹਿਲਾਂ ਉੱਠਦੇ ਗਏ ਯਕਦਮ ਫੇਰ ਬਹਿ ਗਏ। ਸਤਿਗੁਰੂ ਜੀ ਕਹਿੰਦੇ ਭਾਈ ਗੋਪਾਲੇ ਤੋਂ ਪੁੱਛ ਲੋ ਕਾਰਨ ਕੀ ਸੀ। ਕਹਿੰਦੇ ਅਸੀਂ ਤੇ ਇਹਨੂੰ ਬਹੁਤ ਵੱਡੀ ਸਰਦਾਰੀ ਪ੍ਰਦਾਨ ਕਰਨ ਲੱਗੇ ਸਾਂ, ਇਹਦੇ ਜਪਜੀ ਸਾਹਿਬ ਦੇ ਪਾਠ ਸੁਣ ਕੇ ਖੁਸ਼ ਹੋ ਕੇ। ਪਰ ਭਾਈ ਗੋਪਾਲੇ ਦੇ ਮਨ ਵਿੱਚ ਜਿਹੜਾ ਵਿਚਾਰ ਉਤਪੰਨ ਹੋਇਆ ਨਾ, ਖਿਆਲ ਪ੍ਰਾਪਤ ਹੋਇਆ, ਕੁਝ ਹੋਰ ਹੈ। ਅਸੀਂ ਕੁਝ ਹੋਰ ਸੋਚੇ ਆ, ਇਹ ਕੁਝ ਹੋਰ ਸੋਚੀ ਬੈਠਾ। ਪਰ ਇਹਦੀ ਭਾਵਨਾ ਅੱਜ ਸੰਪੂਰਨ ਜ਼ਰੂਰ ਹੋਵੇਗੀ। ਭਰੀ ਸਭਾ ਵਿੱਚ ਗੁਰੂ ਸਤਿਗੁਰੂ ਹਰਗੋਬਿੰਦ ਮਹਾਰਾਜ 6ਵੇਂ ਪਾਤਸ਼ਾਹ ਜੀ ਨੇ ਲਿਆਂਦੇ ਘੋੜਾ ਬੁਲਾਇਆ, ਸੋਨੇ ਦੀ ਕਾਠੀ ਪਾਈ, ਸੰਗਤ ਦੇ ਵਿੱਚ ਕਹਿੰਦੇ ਭਰੀ ਸੰਗਤ ਦੇ ਵਿੱਚ ਭਾਈ ਗੋਪਾਲੇ ਨੂੰ ਘੋੜਾ ਭੇਟ ਕੀਤਾ। ਜਪਜੀ ਸਾਹਿਬ ਦੀ ਬਾਣੀ ਸੁਣ ਕੇ ਖੁਸ਼ ਹੋ ਕੇ ਸਤਿਗੁਰੂ ਜੀ ਨੇ, ਕਹਿਣ ਦਾ ਭਾਵ ਇਹ ਹੈ ਕਿ ਸਤਿਗੁਰੂ ਸਾਹਿਬ ਜੀ ਸਾਡੇ ਵਾਸਤੇ ਕੁਝ ਹੋਰ ਸੋਚੀ ਬੈਠੇ ਹੁੰਦੇ ਨੇ। ਚੰਗੀ ਗੱਲ, ਚੰਗੀ ਵਿਚਾਰ, ਬਹੁਤ ਵੱਡੀ ਉੱਚ ਪਦਵੀ, ਬਹੁਤ ਵੱਡਾ ਰੁਤਬਾ। ਪਰ ਸਾਡੀ ਤੁੱਛ ਬੁੱਧੀ ਕਲਯੁਗੀ ਜੀਵਨ ਹੋਣ ਕਾਰਨ ਕਰਕੇ ਅਸੀਂ ਕੁਝ ਹੋਰ ਸੋਚ ਲੈਂਦੇ ਹਾਂ। ਬਸ ਉੱਥੇ ਕਿ ਸਾਡੀ ਮੱਤ ਡਿੱਗ ਪੈਂਦੀ ਹੈ ਕਿ ਅੱਗੇ ਜਾਣ ਦੀ ਵਿਚਾਰ ਹੀ ਨਹੀਂ ਕਰਦੀ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਉਦਾਸੀ ਸਾਧੂਆਂ ਨੂੰ ਵੱਡੀਆਂ ਸਰਦਾਰੀਆਂ ਪ੍ਰਦਾਨ ਕਰਨ ਲੱਗੇ ਸਨ। ਜਾਓ ਲੈ ਕੇ ਆਓ ਉਦਾਸੀ ਸਾਧੂਆਂ ਨੂੰ, 500-600 ਦੀ ਗਿਣਤੀ ਦੇ ਇਹ ਸਾਧੂ। ਤਨ ਉੱਤੇ ਲੰਗੋਟ ਪਹਿਨਿਆ ਕੇਵਲ, ਬਾਕੀ ਤਨ ਨਗੇਨ ਹੈ। ਆ ਜਟਾਂ ਪਿੱਛੇ ਨੂੰ ਛੱਡੀਆਂ ਹੋਈਆਂ, ਸਰੀਰਾਂ ਤੇ ਸਵਾਹ ਮਲੀ ਹੋਈ ਹੈ। ਕਹਿੰਦੇ ਇਹਨਾਂ ਨੂੰ ਸਰਦਾਰੀਆਂ ਦਿੰਨੇ, ਹੱਥ ਵਿੱਚ ਕਿਰਪਾਨਾਂ ਪਕੜਾਉਨੇ ਆ, ਕਿਉਂਕਿ ਸ਼ਾਸਤਰ ਅਧੀਨ ਹੈ ਰਾਜ। ਕਹਿੰਦੇ ਜਿਹੜਾ ਰਾਜ ਹੈ ਸ਼ਾਸਤਰ ਦੇ ਅਧੀਨ ਹੈ। ਜਿਹੜਾ ਸਾਡਾ ਸਿੱਖ ਸ਼ਾਸਤਰ ਧਾਰੀ ਹੋਵੇਗਾ, ਉਹ ਕਹਿੰਦੇ ਸੰਸਾਰ ਦੇ ਵਿੱਚ ਆਮ ਮਨੁੱਖ ਉਹਦੇ ਨਾਲ ਗੱਲਬਾਤ ਕਰਨ ਲੱਗਿਆ 100 ਦਫਾ ਸੋਚੇਗਾ। ਤਾਂ ਹੀ ਤੇ ਸਤਿਗੁਰੂ ਦਾ ਉਪਦੇਸ਼ ਨਾ, ਸ਼ਾਸਤਰ ਧਾਰੀ ਹੋਣਾ ਜ਼ਰੂਰੀ ਹੈ ਗੁਰਸਿੱਖ ਨੂੰ, ਅੰਮ੍ਰਿਤਧਾਰੀ ਗੁਰਸਿੱਖ ਨੂੰ। ਤੇ ਸਤਿਗੁਰੂ ਜੀ ਨੇ ਵਚਨ ਕੀਤੇ, ਜਾਓ ਸ਼ਾਸਤਰ ਧਾਰੀ ਕਰ ਦਈਏ, ਉਹਨਾਂ ਨੂੰ ਲੈ ਕੇ ਆਓ। ਸਿੱਖ ਗਿਆ, ਜਾ ਕੇ ਬੇਨਤੀ ਕੀਤੀ। ਉਹ ਕਹਿੰਦੇ ਜੀ ਸ਼ਾਮ ਨੂੰ ਨਹੀਂ, ਹੁਣ ਕੱਲ ਨੂੰ ਆਵਾਂਗੇ। ਰਾਤ ਨੂੰ ਇਹਨਾਂ ਨੇ ਵਿਉਂਤ ਬਣਾਈ, ਬਈ ਆਪਾਂ ਭੱਜ ਚੱਲੀਏ, ਐਵੇਂ ਜੰਗ ਯੁੱਧ ਵਿੱਚ ਲੜ ਕੇ ਮਰ ਜਾਵਾਂਗੇ, ਕਿਹਨੇ ਪੁੱਛਣਾ ਸਾਨੂੰ। ਉਹ ਰਾਤ ਦੇ ਵਿਖੇ ਭੱਜ ਗਏ, ਸਾਰਾ ਡੇਰਾ ਖਾਲੀ ਕਰ ਗਏ। ਉਸ ਵਕਤ ਸਤਿਗੁਰੂ ਜੀ ਨੇ ਸਿੱਖਾਂ ਨੂੰ ਫੇਰ ਕਿਹਾ, ਕਹਿੰਦੇ ਜਾਓ ਲੈ ਕੇ ਆਓ ਉਹਨਾਂ ਨੂੰ। ਉਹ ਸਿੱਖ ਗਿਆ,
ਕੀ ਵੇਖਦਾ ਸਾਰਾ ਡੇਰਾ ਸੁੰਨਸਾਨ ਪਿਆ, ਕੋਈ ਨਹੀਂ ਉੱਥੇ। ਉਹ ਵਾਪਸ ਆ ਗਿਆ ਸਿੱਖ ਗੁਰੂ ਸਾਹਿਬ ਜੀ ਕੋਲ। ਸਤਿਗੁਰੂ ਜੀ ਤੁਸੀਂ ਉਹਨਾਂ ਸਿੱਖਾਂ, ਉਹਨਾਂ ਉਦਾਸੀ ਸਾਧੂਆਂ ਨੂੰ ਕਿਹਾ ਸੀ ਲੈ ਆਉਣ ਵਾਸਤੇ, ਉਹ ਤੇ ਹੈ ਹੀ ਨਹੀਂ ਉੱਥੇ, ਭੱਜ ਗਏ। ਡਰਦੇ ਮਾਰੇ ਕਾਇਰ ਬਣ ਕੇ ਭੱਜ ਗਏ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਦੂਜੇ ਦਿਨ ਆਪਣੇ ਸਿੰਘਾਸਨ ਤੇ ਬਿਰਾਜਮਾਨ ਹੋਏ। ਕਲਗੀ ਸਜਾਈ, ਦਸਤਾਰ ਸੁੰਦਰ ਸਜਾਉਣਾ ਕੀਤੀ, ਲੰਮਾ ਚੋਲਾ ਪਹਿਨਿਆ, ਮੋਤੀਆਂ ਦੀ ਮਾਲਾ ਪਹਿਨੀ ਹੈ, ਗਲ ਦੇ ਵਿੱਚ ਮਾਲਾ ਪਹਿਨੀ ਹੈ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਲੰਮਾ ਚੋਲਾ ਪਹਿਨ ਕੇ, ਚੂੜੀਦਾਰ ਪਜਾਮਾ ਪਾ ਕੇ ਸਤਿਗੁਰੂ ਜੀ ਸਿੰਘਾਸਨ ਤੇ ਬਿਰਾਜਮਾਨ ਹੋਏ। ਸਭਾ ਦੇ ਵਿੱਚ ਬਿਰਾਜਮਾਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਸਤਿਗੁਰੂ ਜੀ ਹੱਸ ਕੇ ਮੁਸਕਰਾ ਕੇ ਕਹਿਣ ਲੱਗੇ, ਕਹਿੰਦੇ ਪਾਪੀਆਂ ਨੇ ਆਪਣੀ ਜੜ ਆਪ ਹੀ ਪੁੱਟ ਲਈ, ਆਪਣਾ ਕਾਰਜ ਆਪ ਹੀ ਖਰਾਬ ਕਰ ਲਿਆ। ਅਸੀਂ ਤੇ ਵੱਡਾ ਕਾਰਜ ਕਰਨ ਲੱਗੇ ਸੀ, ਵੱਡੀ ਸਰਦਾਰੀ ਪ੍ਰਦਾਨ ਕਰਨ ਲੱਗੇ ਸੀ, ਪਰ ਇਹਨਾਂ ਨੇ ਸਰਦਾਰੀ ਪ੍ਰਾਪਤ ਕਰਦੇ ਕਰਦਿਆਂ ਨੇ ਇਹ ਮਾੜਾ ਕਰਮ ਕਰ ਲਿਆ। ਕਹਿੰਦੇ ਹੁਣ ਕੀ ਹੋਵੇ, ਆਪਣੀ ਜਾੜੀ ਪੁੱਟ ਲਈ ਇਹਨਾਂ ਨੇ, ਤੇ ਹੁਣ ਕੀ ਕਰੀਏ। ਉਸ ਵਕਤ ਸਤਿਗੁਰੂ ਜੀ ਕਹਿੰਦੇ ਆਉਂ ਕਰੋ, ਦੇਖੋ ਤਾਂ ਸਹੀ, ਕੋਈ ਨਾ ਕੋਈ ਉੱਥੇ ਉਹਨਾਂ ਦਾ ਬੀਜ ਹੋਵੇਗਾ, ਭਾਵ ਉਹਨਾਂ ਦਾ ਕੋਈ ਨਾ ਕੋਈ ਤੇ ਉਦਾਸੀਆਂ ਦਾ ਇੱਕ ਨਾ ਇੱਕ ਅੱਧਾ ਹੋਵੇਗਾ, ਦੇਖਤਾ ਲਓ। ਜਾਂ ਸਾਰਾ ਖੇਤ ਹੀ ਖਾਲੀ ਕਰਕੇ ਕਿਸੇ ਪ੍ਰਕਾਰ ਕੋਈ ਉਹਨਾਂ ਦੀ ਜੜ ਰਹੀ ਹੋਈ ਨਹੀਂ, ਦੇਖਤਾ ਲਓ ਭਾਈ, ਵਧੀਆ ਨਿੱਘੀ ਅਵਸਥਾ ਦੇ ਨਾਲ ਦੇਖੋ ਜਾ ਕੇ। ਕਹਿੰਦੇ ਨਹੀਂ ਜੀ, ਉਹ ਤੇ ਚਲੇ ਗਏ, ਸਾਰੇ ਡੇਰਾ ਖਾਲੀ ਕਰਕੇ ਕੁਝ ਨਹੀਂ ਰਿਹਾ ਉੱਥੇ। ਸਤਿਗੁਰੂ ਜੀ ਕਹਿੰਦੇ ਜਾ ਕੇ ਤੇ ਦੇਖੋ, ਇਹਨਾਂ ਦੀ ਜੜ ਰਹਿ ਜੇ, ਅਸੀਂ ਚਾਹੁੰਦੇ ਜੜ ਰਹਿ ਜੇ, ਪਰ ਇਹਨਾਂ ਨੇ ਮਾੜਾ ਕਰਮ ਕੀਤਾ, ਆਪਣੇ ਹੱਥੀਂ ਆਪਣਾ ਕਾਜ ਵਿਗਾੜ ਲਿਆ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ, ਕਹਿੰਦੇ ਆਪਣੇ ਆਪ ਇਹਨਾਂ ਨੇ ਆਪਣੇ ਹੱਥੀਂ ਕੰਮ ਵਿਗਾੜ ਲਿਆ, ਆਪਣੇ ਹੱਥੀਂ ਆਪਣੇ ਪੈਰ ਕੁਹਾੜਾ ਮਾਰ ਲਿਆ। ਜਾਓ ਜਾ ਕੇ ਦੇਖ ਕੇ ਤੇ ਆਓ। ਸਤਿਗੁਰੂ ਨੇ ਬਚਨ ਕਹੇ। ਤੀਜੀ ਦਫਾ ਜਦੋਂ ਕਹੇ ਉਹ ਸਿੱਖ ਗਿਆ, ਕੀ ਦੇਖਦਾ, ਕਹਿੰਦੇ ਇੱਕ ਬਹੁਤ ਸਾਰਾ ਮੋਟਾ ਜਿਹਾ ਫਕੀਰ ਹੈ, ਸਾਧੂ ਹੈ। ਉਹ ਜਦੋਂ ਦੇਖਿਆ ਨਾ, ਉਹਦਾ ਮੋਟਾ ਸਾਰਾ ਸਰੀਰ ਹੈ, ਅੱਖਾਂ ਬੰਦ ਕੀਤੀਆਂ, ਸਮਾਧੀ ਵਿੱਚ ਲੀਨ ਬੈਠਾ, ਸਮਾਧੀ ਵਿੱਚ ਲੀਨ ਬੈਠਾ, ਮੋਟਾ ਸਰੀਰ ਹੈ, ਬਹੁਤ ਜ਼ਿਆਦਾ ਭਾਰੀ ਸਰੀਰ ਹੈ। ਸਤਿਗੁਰ ਦੀ ਕਿਰਪਾ ਰਹਿਮਤ ਵਰਤਦੀ। ਇਹਦਾ ਨਾਮ ਭਾਈ ਕਵੀ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਇਹਦਾ ਨਾਮ ਭਾਈ ਕਿਰਪਾਲਾ ਹੈ। ਤੇ ਇਸ ਸਾਧੂ ਨੂੰ ਜਦੋਂ ਲੈ ਕੇ ਗਏ ਨਾ, ਉਦਾਸੀ ਸਾਧੂ ਨੂੰ ਸਤਿਗੁਰੂ ਜੀ ਦੇ ਕੋਲ, ਕਹਿਣ ਲੱਗੇ ਭਾਈ ਤੈਨੂੰ ਸਤਿਗੁਰੂ ਨੇ ਬੁਲਾਇਆ, ਚੱਲ ਸਤਿਗੁਰੂ ਜੀ ਦੇ ਕੋਲ। ਉਹਦੀ ਹੌਲੀ ਇੱਕ ਦਿਨੇ ਸਮਾਧੀ ਖੋਲੀ। ਬਾਅਦ ਵਿੱਚ ਸਿੱਖਾਂ ਨੇ ਮਾਫੀ ਮੰਗੀ, ਭਾਈ ਤੇਰੀ ਸਮਾਧੀ ਵਿੱਚ ਵਿਘਨ ਪਾਇਆ, ਸਾਨੂੰ ਮਾਫ ਕਰੀ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੈਨੂੰ ਕੋਲੇ ਬੁਲਾਇਆ, ਚੱਲ ਚੱਲ ਕੇ ਸਤਿਗੁਰੂ ਦੀ ਵਿਚਾਰ ਸਰਵਣ ਕਰ। ਉਸ ਵੇਲੇ ਬੜਾ ਖੁਸ਼ ਹੋਇਆ, ਸਤਿਗੁਰੂ ਨੇ ਬੁਲਾਇਆ। ਉਹ ਸਿੱਖ ਪਿਆਰਿਆਂ ਦੇ ਨਾਲ ਤੁਰਿਆ ਗਿਆ, ਸਤਿਗੁਰੂ ਜੀ ਦੇ ਕੋਲ ਪਹੁੰਚ ਗਿਆ। ਜਾ ਕੇ ਨੇ ਨਮਸਕਾਰ ਕੀਤੀ। ਵੱਡੀਆਂ ਵੱਡੀਆਂ ਦੀਆਂ ਜਟਾਵਾਂ ਨੇ, ਸਰੀਰ ਦੇ ਉੱਤੇ ਸੁਆਹ ਮਲੀ ਹੋਈ ਹੈ, ਕਮੰਡਲ ਪਕੜਿਆ ਕੋਲੇ, ਵਿਰਾਗਣ ਪਕੜੀ ਹੈ ਕੋਲੇ, ਤੇ ਸਰੀਰ ਦੇ ਉੱਤੇ ਸੁਆਹ ਮਲੀ ਹੈ, ਕੱਲਾ ਲੰਗੋਟ ਪਹਿਨਿਆ, ਬਾਕੀ ਤਨ ਨੰਗੇਨ ਹੈ। ਸਤਿਗੁਰੂ ਜੀ ਕਹਿੰਦੇ ਸ਼ੁਕਰ ਹੈ ਤੁਹਾਡੀ ਜੜ ਰਹਿ ਗਈ, ਨਹੀਂ ਤੇ ਅੱਜ ਜੜ ਪੁੱਟੀ ਜਾਣੀ ਸੀ, ਸਭ ਕੁਝ ਖਤਮ ਹੋ ਜਾਣਾ ਸੀ, ਤੁਹਾਡੀ ਵੰਸ਼ ਦਾ, ਤੁਹਾਡੇ ਵਿਚਾਰ ਦਾ, ਤੁਹਾਡੀ ਜਿਹੜੀ ਇਦਾਂ ਦੀ ਵਿਚਾਰ ਦਾ। ਕਹਿੰਦੇ ਉਹ ਪਾਪੀਆਂ ਨੇ ਮਨ ਵਿੱਚ ਇਹ ਸੋਚ ਲਿਆ, ਲੋਕਾਂ ਤੋਂ ਮੰਗ ਮੰਗ ਕੇ ਖਾ ਲਾਂਗੇ, ਸਤਿਗੁਰ ਦੇ ਨਾਲ ਜੰਗ ਯੁੱਧ ਵਿੱਚ ਸਾਥ ਨਹੀਂ ਦੇਣਾ, ਇਹ ਸੋਚ ਕੇ ਭੱਜ ਗਏ। ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਚਲੋ ਉਹਨਾਂ ਦੀ ਮੱਤ ਭਾਈ ਉਹਨਾਂ ਨਾਲ ਹੈ। ਸਤਿਗੁਰੂ ਜੀ ਨੇ ਵਚਨ ਕੀਤੇ ਉਹ ਸਾਧੂ ਨੂੰ, ਉਸ ਬ੍ਰਾਹਮਣ ਨੂੰ ਵਚਨ ਕੀਤੇ, ਕਹਿੰਦੇ ਇਉਂ ਕਰ ਬਈ, ਹੁਣ ਤੇਰੇ ਤੇ ਸਤਿਗੁਰੂ ਦੀ ਕਿਰਪਾ ਰਹਿਮਤ ਵਰਤੇਗੀ, ਤੂੰ ਕੇਵਲ ਜੜ ਰਹਿ ਗਿਆ, ਗੁਰੂ ਨਾਨਕ ਦੇ ਦਰਕਾਰ ਦੀ ਕਿਰਪਾ ਵਰਤੇਗੀ। ਉਸ ਵਕਤ ਬੇਅੰਤ ਸਤਿਗੁਰੂ ਨੇ ਬਚਨ ਉਚਾਰਨ ਕੀਤੇ ਉਹ ਸਾਧੂ ਨੂੰ। ਸਤਿਗੁਰੂ ਜੀ ਕਹਿੰਦੇ ਹੁਣ ਇਉਂ ਕਰੋ ਸਿੱਖੋ, ਉਹ ਪਾਪੀ
ਫਤਿਹ ਸ਼ਾਹ ਦੀ ਜਿਹੜੀ ਫੌਜ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਇੱਧਰ ਆ ਰਹੀ ਹੈ। ਛੇਤੀ ਦੇਣੇ ਤਿਆਰੀਆਂ ਕਰੋ, ਜੰਗ ਯੁੱਧ ਦੇ ਵਿੱਚ ਜੂਝਣ ਵਾਸਤੇ ਤਿਆਰ ਹੋਵੋ। ਸਤਿਗੁਰੂ ਦੇ ਸਨਮੁਖ ਰਹਿ ਕੇ, ਛਤਰ ਛਾਇਆ ਹੇਠ ਰਹਿ ਕੇ ਵੱਡੀਆਂ ਪ੍ਰਾਪਤੀਆਂ ਕਰੋ। ਤੁਹਾਡੇ ਤੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੇਗੀ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਉਚਾਰਨ ਕੀਤੇ। ਹੁਣ ਜਿਵੇਂ ਜਿਵੇਂ ਸਤਿਗੁਰੂ ਜੀ ਵਿਚਾਰ ਕਰਦੇ ਹੋ ਸਿੱਖਾਂ ਵਾਸਤੇ ਤੇ ਸ਼ੁਭ ਹੈ, ਚੰਗੀ ਹੈ, ਪਰ ਕਈ ਦਫਾ ਸਾਡੀ ਸੋਚ ਵਿਚਾਰ, ਸਾਡੀ ਮਤ ਉੱਥੇ ਡਾਊਟ ਕਰਦੀ, ਉੱਥੇ ਗਲਤ ਵਿਚਾਰ ਪ੍ਰਾਪਤ ਕਰਕੇ ਕੁਝ ਹੋਰ ਸੋਚ ਲੈਂਦੀ ਹੈ। ਪਰ ਇਹਦੇ ਵਿੱਚ ਸਤਿਗੁਰੂ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਕਰ ਦਾ ਕੋਈ ਨੁਕਸਾਨ ਨਹੀਂ। ਨੁਕਸਾਨ ਕਿਹਦਾ? ਖੁਦ ਮਨੁੱਖ ਦਾ। ਮਨੁੱਖ ਨੂੰ ਖੁਦ ਨੂੰ ਘਾਟਾ ਪੈਣ ਵਾਲਾ। ਤੇ ਸਤਿਗੁਰੂ ਜੀ ਕਹਿੰਦੇ ਐਸਾ ਕੰਮ ਮੂਲੇ ਨਾ ਕੀਚਾ ਜੇ ਦੰਦ ਪੁੱਛੋ ਤਾਈਏ। ਜਿਹਦੇ ਨਾਲ ਬਾਅਦ ਵਿੱਚ ਪਛਤਾਉਣਾ ਪਵੇ ਉਹ ਕਾਰਜ ਕਰਨਾ ਹੀ ਨਹੀਂ ਚਾਹੀਦਾ। ਉਹ ਕੰਮ ਕਰੀਏ, ਉਹ ਕਾਜ ਕਰੀਏ ਜੀ ਤੋਂ ਲਾਭ ਪ੍ਰਾਪਤ ਹੋਵੇ, ਸਤਿਗੁਰ ਦੀ ਪ੍ਰਸੰਨਤਾ ਪ੍ਰਾਪਤ ਹੋਵੇ, ਸਤਿਗੁਰ ਦੀ ਦਇਆ ਰਹਿਮਤ ਵਰਤੇ, ਉਹ ਕਾਰਜ ਕਰੀਏ ਗੁਰੂ ਦੀ ਮੱਤ ਅਨੁਸਾਰ, ਗੁਰੂ ਦੇ ਸਿਧਾਂਤ ਅਨੁਸਾਰ। ਫਿਰ ਸਤਿਗੁਰੂ ਜੀ ਕਿਰਪਾ ਕਰਦੇ, ਦਇਆ ਕਰਦੇ, ਰਹਿਮਤ ਵਰਤਾਉਂਦੇ ਨੇ। ਤਾਂ ਤੇ ਰਹੋ ਵਿਚਾਰ। ਉਸ ਵੇਲੇ ਸਤਿਗੁਰੂ ਜੀ ਨੇ ਬਚਨ ਕਾਫੀ ਕੀਤੇ ਉਹ ਸਾਧੂ ਨਾਲ। ਉਹ ਦਾਸੀ ਸੰਤਾਂ ਮਹਾਂਪੁਰਖਾਂ ਨਾਲ ਬਚਨ ਕੀਤੇ, ਉਹ ਵੀ ਬਹੁਤ ਖੁਸ਼ ਹੋਇਆ। ਸਤਿਗੁਰੂ ਜੀ ਕਹਿੰਦੇ ਤੇਰੇ ਨਾਲ ਦੇ ਭੱਜ ਗਏ, ਤੈਨੂੰ ਪਤਾ ਨਹੀਂ? ਉਹ ਕਹਿੰਦਾ ਜੀ ਮੈਨੂੰ ਤੇ ਇਸ ਗੱਲ ਦਾ ਕੋਈ ਗਿਆਨ ਨਹੀਂ, ਨਾ ਮੈਨੂੰ ਪਤਾ ਤੁਸੀਂ ਮੈਸੇਜ ਦਿੱਤਾ, ਨਾ ਮੈਨੂੰ ਪਤਾ ਉਹ ਭੱਜ ਗਏ ਆ, ਕਿਉਂਕਿ ਮੈਂ ਤੇ ਪਰਮਾਤਮਾ ਦੀ ਬੰਦਗੀ ਵਿੱਚ ਲੀਨ ਬੈਠਾ ਸਾਂ। ਉਸ ਵੇਲੇ ਮਹਾਂਪੁਰਖਾਂ ਨੇ, ਉਹਨਾਂ ਉਦਾਸੀ ਸੰਤਾਂ ਨੇ ਸਤਿਗੁਰ ਦੇ ਨਾਲ ਇਦਾਂ ਦੀ ਵਿਚਾਰ ਕੀਤੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਵੇਲੇ ਮਹਾਂਪੁਰਖਾਂ ਦੇ ਨਾਲ ਚੰਗੇ ਸ਼ੁਭ ਵਿਚਾਰ ਕੀਤੇ, ਚੰਗੀ ਵਾਰਤਾ ਸਰਵਣ ਕੀਤੀ, ਸਾਂਝੀ ਕੀਤੀ ਹੈ। ਤੇ ਸਤਿਗੁਰ ਦੇ ਸਿੱਖ ਇੱਧਰੋਂ ਜੰਗ ਯੁੱਧ ਦੇ ਵਿੱਚ ਲੜਨ ਵਾਸਤੇ ਕਾਫੀ ਉਤਾਵਲੇ ਹੋਏ ਬੈਠੇ ਨੇ। ਜਦੋਂ ਕਹਿੰਦੇ ਪਾਪੀ ਦਾ ਆਵੇਗਾ ਸੀ, ਕਦੋਂ ਉਹਨਾਂ ਦੇ ਨਾਲ ਲੋਹੇ ਨਾਲ ਲੋਹਾ ਟਕਰਾਵਾਂਗੇ, ਕਿਵੇਂ ਕਰਕੇ ਵੱਡੀਆਂ ਪ੍ਰਾਪਤੀਆਂ, ਵੱਡੇ ਰੁਤਬੇ ਪ੍ਰਾਪਤ ਕਰਾਂਗੇ, ਇਹ ਮਨ ਵਿੱਚ ਵਿਚਾਰ ਕਰਦੇ ਨੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਲਗੀਧਰ ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਵਰਤਾਉਣੀਆਂ ਸ਼ੁਰੂ ਕਰ ਦਿੱਤੀਆਂ। ਜੰਗਾਂ ਯੁੱਧਾਂ ਦੀ ਪੂਰਨ ਤੌਰ ਤੇ ਜੋਰਾਂ ਸ਼ੋਰਾਂ ਨਾਲ ਤਿਆਰੀ ਚੱਲਣ ਲੱਗ ਪਈ। ਸਤਿਗੁਰ ਦੀ ਕਿਰਪਾ ਹੋ ਗਈ। ਉੱਥੇ ਬਹੁਤ ਵੱਡਾ ਰੋਲ ਘਚੋਲ ਆਪਸ ਦੇ ਵਿੱਚ ਮਚਣਾ ਸ਼ੁਰੂ ਹੋ ਗਿਆ। ਕੋਈ ਕਿਵੇਂ ਕਰਕੇ ਵਿਚਾਰ ਕਰਦਾ, ਕੋਈ ਕਿਵੇਂ ਕਰਕੇ। ਤੇ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੁਣ ਜੰਗ ਯੁੱਧ ਦੇ ਵਿੱਚ ਆਪਣੇ ਸਿੱਖਾਂ ਨੂੰ, ਪਿਆਰਿਆਂ ਨੂੰ ਜੰਗ ਯੁੱਧ ਦੇ ਮੈਦਾਨ ਦੇ ਵਿੱਚ ਉਤਾਰ ਕੇ ਵੱਡੀਆਂ ਬਖਸ਼ਿਸ਼ਾਂ ਰਹਿਮਤਾਂ ਕਰਨ ਦਾ ਜੋ ਵਿਚਾਰ ਬਣਾ ਚੁੱਕੇ ਨੇ। ਅੱਗੇ ਕਿਵੇਂ ਵਿਚਾਰ ਹੁੰਦੀ, ਕੀ ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਿਵੇਂ ਕਰਕੇ ਸਤਿਗੁਰੂ ਜੀ ਉਹਨਾਂ ਆਮ ਸਿੱਖਾਂ ਨੂੰ ਵੱਡੀਆਂ ਮਹਾਨਤਾਂ ਪ੍ਰਦਾਨ ਕਰਦੇ ਆ, ਵੱਡੇ ਵੱਡੇ ਰੁਤਬੇ ਪ੍ਰਦਾਨ ਕਰਦੇ ਆ। ਸਤਿਗੁਰੂ ਜੀ ਕੀ ਬਖਸ਼ਿਸ਼ ਕਰਦੇ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ ਪਿਆਰਿਓ। ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਆਓ ਗੁਰੂ ਚਰਨਾਂ ਦੇ ਵਿੱਚ ਵਿਚਾਰ ਕਰਦੇ ਆਂ, ਕਥਾ ਕਰਦੇ ਆਂ ਅਨੇਕ ਪ੍ਰਕਾਰ ਦੀਆਂ तमाम गलतियां खरवादा घाटा। सतगुरु जी भुल चुक माफ करन, अगे दुसमत बख्शण। बाणी पढ़न दी, सेवा सिमरन कथा विचारां करन दी सतगुरु जी बल बुद्धि समर्था बख्शण। आओ गुरु चरणां दे विच 6 पौड़ियां श्री आनंद साहिब दे जाप करदिआं समाप्ति करिए। सतगुरु जी किरपा करदे ने।